ਜਿਹੜਾ ਸੁਖਪਾਲ ਖਹਿਰਾ ਜੀ ਨੇ ਇਲਜ਼ਾਮ ਲਾਇਆ ਹੈ ਕਿ 20,000 ਕਰੋੜ ਦੀ ਮਾਈਨਿੰਗ ਹੁੰਦੀ ਆ ਇੱਕ ਸਾਲ ਦੇ ਵਿੱਚ ਪੰਜਾਬ ਦੇ ਵਿੱਚ, ਉਹਨਾਂ ਨੇ ਜਿਹੜਾ ਉਹਨਾਂ ਦਾ ਦੋਸ਼ ਲਾਣਾ ਬਿਲਕੁਲ ਸਹੀ ਹੈ। ਜਿੱਦਣ ਦੀ ਸਰਕਾਰ ਬਦਲੀ ਹੈ, ਇਹਨਾਂ ਨੇ ਪਿੱਛੇ ਜੇ ਬੰਦ ਕਰਾਤਾ ਸੀਗਾ ਕਿ ਕੋਈ ਨਜਾਇਜ਼ ਮਾਈਨਿੰਗ ਨਹੀਂ ਹੋਣ ਅਸੀਂ ਦੇਵਾਂਗੇ, ਲੇਕਿਨ 5-7 ਦਿਨ ਦੇ ਵਿੱਚ ਜੀ ਇਹਨਾਂ ਨੇ ਫਿਰ ਉਸੇ ਤਰ੍ਹਾਂ ਹੀ ਜਿਹੜੇ ਪੁਰਾਣੇ ਠੇਕੇਦਾਰ ਸੀਗੇ, ਜਿਹੜਾ ਇਹ ਕਹਿੰਦੇ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਅਸੀਂ ਨਜਾਇਜ਼ ਮਾਈਨਿੰਗ ਨਹੀਂ ਕਰਨ ਦੇਵਾਂਗੇ, ਉਹਨਾਂ ਠੇਕੇਦਾਰਾਂ ਨੂੰ ਦੁਬਾਰਾ ਮਾਈਨਿੰਗ ਦਾ ਕੰਮ ਚਲਾਉਣ ਦਾ ਦੇਤਾ। ਉਹ ਜਿਸ ਤਰ੍ਹਾਂ ਪਹਿਲਾਂ ਹੀ ਲੁੱਟ ਹੋ ਰਹੀ ਸੀ ਮਾਈਨਿੰਗ ਦੀ, 5-7 ਦਿਨ ਤੋਂ ਫਿਰ ਦੁਬਾਰਾ ਉਸ ਤਰ੍ਹਾਂ ਚਾਲੂ ਹੋ ਗਈ ਹੈ। ਭਗਵੰਤ ਮਾਨ ਨੇ ਕਿਹਾ ਵੀ ਮੇਰੇ ਸਾਰੇ ਜਿਹੜੇ ਹੈਗੇ ਆ ਸਰਕਾਰ ਦੇ ਲੀਡਰ ਜਿਹੜੇ ਹੈਗੇ ਆ ਵਿਧਾਇਕ ਆ ਉਹ ਸਾਰੇ ਇਮਾਨਦਾਰ ਆ। ਕੇਜਰੀਵਾਲ ਨੇ ਵੀ ਜਿਹੜਾ ਹੈਗਾ ਗੁਜਰਾਤ ਔਰ ਉੱਥੇ ਹਿਮਾਚਲ ਦੇ ਵਿੱਚ ਭਾਸ਼ਣ ਦਿੱਤਾ ਕਿ 10 ਜਾਂ 15 ਦਿਨਾਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਨੂੰ ਬਿਲਕੁਲ ਕਰਪਸ਼ਨ ਮੁਕਤ ਕਰ ਦਿੱਤਾ ਗਿਆ। ਤੇ ਕੇਜਰੀਵਾਲ ਨੇ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਅਗਰ ਮੇਰਾ ਵੀ ਕੋਈ ਵਿਧਾਇਕ ਇੱਦਾਂ ਕਰਦਾ ਹੈ, ਕੋਈ ਕਰਪਸ਼ਨ ਕਰਦਾ, ਤਾਂ ਉਹਦੇ ਖਿਲਾਫ ਵੀ ਜਿਹੜਾ ਐਕਸ਼ਨ ਹੋਊਗਾ। ਫਿਰ ਤੁਸੀਂ ਕਿਵੇਂ ਆਰੋਪ ਲਾ ਰਹੇ ਹੋ ਵੀ ਇਹ ਵੀ ਵਿੱਚ ਸ਼ਾਮਲ ਹੈ? ਪੰਜਾਬ ਦੀ ਸੱਤਾ ਦੇ ਉੱਤੇ ਸਰਕਾਰ ਤਾਂ ਬਦਲ ਚੁੱਕੀ ਹੈ, ਪਰੰਤੂ ਅੱਜ ਵੀ ਮਾਈਨਿੰਗ ਨੂੰ ਲੈ ਕੇ ਰੌਲਾ ਉਹੀ ਚੱਲ ਰਿਹਾ ਕਿ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਧੰਦਾ ਫਿਰ ਤੋਂ ਸ਼ੁਰੂ ਹੋ ਚੁੱਕਾ ਹੈ। ਜੀ ਹਾਂ, ਇਸ ਨੂੰ ਲੈ ਕੇ ਬੀਤੇ ਦਿਨੀ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਜਿਹੜੀ ਪਾਰਟੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸੱਤਾ ਦੇ ਵਿੱਚ ਆਈ ਹੈ ਕਿ ਨਜਾਇਜ਼ ਮਾਈਨਿੰਗ ਦਾ ਵਿਰੋਧ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਸੀ ਕਿ ਅਗਰ ਸਾਡੀ ਸਰਕਾਰ ਆਵੇਗੀ ਤਾਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਧੰਦੇ, ਗੈਰ ਕਾਨੂੰਨੀ ਮਾਈਨਿੰਗ ਬੰਦ ਹੋਵੇਗੀ। ਪਰ ਹੁਣ ਉਹ ਹੀ ਸਰਕਾਰ ਦੇ ਰਾਜ ਦੇ ਵਿੱਚ ਫਿਰ ਤੋਂ ਨਜਾਇਜ਼ ਮਾਈਨਿੰਗ ਦਾ ਧੰਦਾ ਸ਼ੁਰੂ ਹੋ ਚੁੱਕਿਆ ਹੈ। ਸੋ ਕਈ ਗੰਭੀਰ ਜਿਹੜੇ ਹੈਗੇ ਆ ਆਰੋਪ ਵੀ ਲਗਾਏ ਆ ਸੁਖਪਾਲ ਸਿੰਘ ਖਹਿਰਾ ਵੱਲੋਂ। ਸੋ ਇਸ ਨੂੰ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਬਚਿੱਤਰ ਸਿੰਘ ਜਟਾਣਾ, ਜੋ ਕਿ ਉਮੀਦਵਾਰ ਵੀ ਰਹੇ ਨੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ, ਤੇ ਹਾਈ ਕੋਰਟ ਦੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਲੈ ਕੇ ਗਏ ਹੋਏ ਨੇ ਪੰਜਾਬ ਦੀ ਨਜਾਇਜ਼ ਮਾਈਨਿੰਗ ਦਾ। ਇਹਨਾਂ ਦੀ ਜਿਹੜੀ ਹੈਗੀ ਸ਼ਿਕਾਇਤ ਦੇ ਉੱਤੇ CBI ਜਾਂਚ ਵੀ ਖੁੱਲ੍ਹੀ ਸੀ, ਪਰੰਤੂ ਉਹ ਜਾਂਚ ਜਿਹੜੀ ਹੈਗੀ ਵਿਚਕਾਰ ਬੰਦ ਹੋ ਚੁੱਕੀ ਸੀ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜ਼ਿਲ੍ਹੇ ਦੇ ਵਿੱਚ ਮਾਈਨਿੰਗ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਜਿਹੜੀ ਚੱਲ ਰਹੀ ਹੈ ਜਾਂ ਕੀ ਕੁਝ ਹੈ। ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜਟਾਣਾ ਜੀ, ਕਿਵੇਂ ਦੇਖਦੇ ਹੋ ਜਿਹੜੀ ਸਰਕਾਰ ਬਦਲ ਚੁੱਕੀ ਆ, ਮਾਈਨਿੰਗ ਨੂੰ ਲੈ ਕੇ ਕਿਵੇਂ ਦੇਖਦੇ ਹੋ? ਸੁਖਪਾਲ ਖਹਿਰਾ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਆ, 20,000 ਕਰੋੜ ਦਾ ਕਿਹਾ ਗਿਆ, ਜਿਹੜਾ ਉਹਨਾਂ ਨੇ ਦੱਸਿਆ ਕਿ ਹਰ ਸਾਲ ਜਿਹੜਾ ਹੈਗਾ ਨਜਾਇਜ਼ ਮਾਈਨਿੰਗ ਦੀ ਲੁੱਟ ਹੋ ਰਹੀ ਆ। ਤੇ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਹੁਣ ਨਜਾਇਜ਼ ਮਾਈਨਿੰਗ ਬੰਦ ਹੋਈ ਆ ਜਾਂ ਕਿਵੇਂ ਦੇਖਦੇ ਹੋ? ਜਿਹੜੇ ਵੀਰ ਜੀ, ਜਿਹੜਾ ਸੁਖਪਾਲ ਖਹਿਰਾ ਜੀ ਨੇ ਇਲਜ਼ਾਮ ਲਾਇਆ ਹੈ ਕਿ 20,000 ਕਰੋੜ ਦੀ ਮਾਈਨਿੰਗ ਹੁੰਦੀ ਆ ਇੱਕ ਸਾਲ ਦੇ ਵਿੱਚ ਪੰਜਾਬ ਦੇ ਵਿੱਚ, ਉਹਨਾਂ ਨੇ ਜਿਹੜਾ ਉਹਨਾਂ ਦਾ ਦੋਸ਼ ਲਾਣਾ ਬਿਲਕੁਲ ਸਹੀ ਹੈ। ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਇਲੈਕਸ਼ਨਾਂ ਤੋਂ ਪਹਿਲਾਂ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਪ੍ਰਤੀ ਸਾਲ 20,000 ਕਰੋੜ ਦੀ ਮਾਈਨਿੰਗ ਦੀ ਲੁੱਟ ਹੋ ਰਹੀ ਆ। ਅਗਰ ਇਸ ਮਾਈਨਿੰਗ ਦੀ ਲੁੱਟ ਨੂੰ ਉਜਾਗਰ ਕਰਨਾ ਹੈ, ਅਗਰ ਇਸ ਨੂੰ ਦੇਖਣਾ ਹੈ, ਤਾਂ ਮੈਂ ਆਮ ਆਦਮੀ ਪਾਰਟੀ ਨੂੰ ਇਹੀ ਗੁਜ਼ਾਰਿਸ਼ ਕਰੂੰਗਾ ਕਿ 2020 ਦੇ ਵਿੱਚ ਮੈਂ ਹਾਈ ਕੋਰਟ ਦੇ ਵਿੱਚ ਇੱਕ ਰਿਟ ਫਾਈਲ ਕੀਤੀ ਸੀਗੀ, ਜਿਹੜੀ ਰਿਟ ਫਾਈਲ ਸਿਰਫ ਇਸੀ ਮਾਈਨਿੰਗ ਦੇ ਮੁੱਦੇ ਦੇ ਉੱਪਰ ਹੈ ਕਿ ਇਸ ਜਗ੍ਹਾ 'ਤੇ ਨਜਾਇਜ਼ ਮਾਈਨਿੰਗ ਹੋ ਰਹੀ ਆ ਔਰ ਮਾਈਨਿੰਗ ਦਾ ਹੀ ਲੁੱਟਿਆ ਹੋਇਆ ਪੈਸਾ ਪ੍ਰਸ਼ਾਸਨ, ਸਰਕਾਰ ਔਰ ਠੇਕੇਦਾਰਾਂ ਦੀ ਜੇਬ 'ਚ ਪੈ ਰਿਹਾ ਹੈ। ਉਹਦੀ CBI ਇਨਕੁਆਇਰੀ ਵੀ ਹੋਈ ਸੀਗੀ। ਅਗਰ ਉਸ CBI ਇਨਕੁਆਇਰੀ ਨੂੰ ਸਰਕਾਰ ਦੁਬਾਰਾ ਓਪਨ ਕਰਾਉਂਦੀ ਹੈ, ਸਰਕਾਰ ਦੇ ਹੱਥ 'ਚ ਬਹੁਤ ਕੁਝ ਹੁੰਦਾ, ਸਰਕਾਰ ਤਾਂ 2 ਦਿਨ ਦੇ ਵਿੱਚ ਓਪਨ ਕਰਾ ਸਕਦੀ ਹੈ। ਉਹ ਜਿਹੜੀ CBI ਇਨਕੁਆਇਰੀ ਬੰਦ ਲਿਫਾਫੇ 'ਚ ਅੱਜ ਪਈ ਹੈ, ਅਗਰ ਉਹ ਇਨਕੁਆਇਰੀ ਨੂੰ ਓਪਨ ਕਰਾਉਂਦੇ ਆ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਹਮਣੇ ਆ ਜਾਏਗਾ। ਜਿਹੜੀ 20,000 ਕਰੋੜ ਦੀ ਇਹਨਾਂ ਨੇ ਕਿਹਾ ਸੀਗਾ ਕਿ ਚੋਰੀ ਹੋ ਰਹੀ ਆ ਪਰ ਸਾਲ, ਉਹ ਉਜਾਗਰ ਵੀ ਹੋ ਜਾਏਗੀ ਔਰ ਵਿਰੋਧੀ ਪਾਰਟੀਆਂ ਨੂੰ ਕਹਿਣ ਨੂੰ ਵੀ ਹੋ ਜਾਏਗਾ ਕਿ ਆਹ ਦੇਖੋ ਜੀ, ਅਸੀਂ ਇਹ ਜਿਹੜੀ 20,000 ਕਰੋੜ ਦੀ ਚੋਰੀ ਪਰ ਸਾਲ ਹੁੰਦੀ ਸੀਗੀ, ਉਹਨੂੰ ਅਸੀਂ ਉਜਾਗਰ ਕੀਤਾ। ਉਹਦੇ ਵਿੱਚ ਕਿਹੜੇ ਉਹਦੇ ਵਿੱਚ ਸਾਡੇ ਮਿਲੀ ਭੁਗਤ ਦੇ ਨਾਲ ਕੰਮ ਕਰ ਰਹੇ ਸੀਗੇ, ਜਿਹੜੇ ਨਜਾਇਜ਼ ਪੈਸਾ ਕਮਾ ਰਹੇ ਸੀਗੇ, ਸਾਰਾ ਕੁਝ ਉੱਭਰ ਕੇ ਬਾਹਰ ਆ ਜਾਏਗਾ। ਜਟਾਣਾ ਜੀ, ਆਪਣੇ ਜ਼ਿਲ੍ਹੇ ਦੇ ਵਿੱਚ ਕਿੰਨੇ ਕੁ ਕ੍ਰੈਸ਼ਰ ਆ ਹੁਣ? ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਾਂ ਬੰਦ ਹੋ ਗਈ ਹੈ ਸਰਕਾਰ ਦੇ ਟਾਈਮ 'ਚ? ਨਹੀਂ ਜੀ, ਹੁਣ ਕ੍ਰੈਸ਼ਰ ਸਾਡੇ 238 ਦੇ ਕਰੀਬ ਰੋਪੜ ਜ਼ਿਲ੍ਹੇ ਦੇ ਵਿੱਚ ਕ੍ਰੈਸ਼ਰ ਆ। ਪੰਜਾਬ ਦੇ ਵਿੱਚ ਤਾਂ 1,000 ਦੇ ਕਰੀਬ ਆ, ਕੁਝ ਪਠਾਨਕੋਟ ਏਰੀਆ ਵੀ ਹੈਗਾ। ਲੇਕਿਨ ਰੋਪੜ ਜ਼ਿਲ੍ਹੇ ਦੇ ਵਿੱਚ ਜਿੱਦਣ ਦੀ ਸਰਕਾਰ ਬਦਲੀ ਹੈ, ਇਹਨਾਂ ਨੇ ਪਿੱਛੇ ਜੇ ਬੰਦ ਕਰਾਤਾ ਸੀਗਾ ਕਿ ਕੋਈ ਨਜਾਇਜ਼ ਮਾਈਨਿੰਗ ਨਹੀਂ ਹੋਣ ਅਸੀਂ ਦੇਵਾਂਗੇ, ਲੇਕਿਨ
5-7 ਦਿਨ ਦੇ ਵਿੱਚ ਜੀ ਇਹਨਾਂ ਨੇ ਫਿਰ ਉਸੇ ਤਰ੍ਹਾਂ ਹੀ ਜਿਹੜੇ ਪੁਰਾਣੇ ਠੇਕੇਦਾਰ ਸੀਗੇ, ਜਿਹੜਾ ਇਹ ਕਹਿੰਦੇ ਸੀ ਕਿ ਅਸੀਂ ਬਦਲਾਵ ਲਿਆਵਾਂਗੇ, ਅਸੀਂ ਨਜਾਇਜ਼ ਮਾਈਨਿੰਗ ਨਹੀਂ ਕਰਨ ਦੇਵਾਂਗੇ, ਉਹਨਾਂ ਠੇਕੇਦਾਰਾਂ ਨੂੰ ਦੁਬਾਰਾ ਮਾਈਨਿੰਗ ਦਾ ਕੰਮ ਚਲਾਉਣ ਦਾ ਦੇਤਾ। ਉਹ ਜਿਸ ਤਰ੍ਹਾਂ ਪਹਿਲਾਂ ਹੀ ਲੁੱਟ ਹੋ ਰਹੀ ਸੀ ਮਾਈਨਿੰਗ ਦੀ, 5-7 ਦਿਨ ਤੋਂ ਫਿਰ ਦੁਬਾਰਾ ਉਸ ਤਰ੍ਹਾਂ ਚਾਲੂ ਹੋ ਗਈ ਹੈ। ਹੋ ਸਕਦਾ ਉਹਨਾਂ ਠੇਕੇਦਾਰਾਂ ਨੂੰ ਤਾਂ ਦਿੱਤਾ ਹੋ ਸਕਦਾ ਜਿਹੜਾ ਪੈਸਾ ਪਹਿਲਾਂ ਮੰਤਰੀਆਂ ਜਾਂ ਹੋਰ ਜਿਹੜੀ ਕਰਪਸ਼ਨ ਦੇ ਵਿੱਚ ਜਾਂਦਾ ਸੀ, ਉਹ ਪੈਸਾ ਸਿੱਧਾ ਜਿਹੜੀ ਇਹ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰ ਰਹੀ ਹੋਵੇ। ਨਹੀਂ, ਸਰਕਾਰ ਨੇ ਕੋਈ ਇਹੋ ਜਿਹਾ ਰੋਡ ਮੈਪ ਬਣਾਇਆ ਹੀ ਨਹੀਂ ਹੈਗਾ ਕਿ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸਾ ਜਾਵੇ, ਕਿਉਂਕਿ ਰੋਡ ਮੈਪ ਬਣੇਗਾ ਤਾਂ ਬਹੁਤ ਕੁਝ ਚੇਂਜ ਹੋਏਗਾ। ਕਿਉਂਕਿ ਇਹ ਕਹਿੰਦੇ ਆ ਕਿ ਰੋਪੜ ਜ਼ਿਲ੍ਹੇ ਦੇ ਵਿੱਚ 5 ਖੱਡਾਂ ਸਾਡੇ ਕੋਲ ਏਸੀ ਹੈਗੀ ਆ ਜਿਹਦਾ ਅਸੀਂ ਮਾਲ ਦੇ ਰਹੇ ਇੰਡਸਟਰੀ ਚਲਾਉਣ ਵਾਸਤੇ, ਲੇਕਿਨ ਉਸ ਖੱਡਾਂ ਦੇ ਵਿੱਚ ਸਿਰਫ 1,87,000 ਮੀਟ੍ਰਿਕ ਟਨ ਮਾਲ ਹੈ। ਉਹ 1,87,000 ਮੀਟ੍ਰਿਕ ਟਨ ਮਾਲ ਹੈ ਜਿਹੜਾ ਉਹ ਕ੍ਰੈਸ਼ਰ ਇੰਡਸਟਰੀ ਅੱਧੇ ਦਿਨ ਦੇ ਵਿੱਚ ਉਹਨੂੰ ਪੀ ਕੇ ਸਮਾਪਤ ਕਰ ਦਿੰਦੀ ਹੈ। ਇੰਨਾ ਡੇਲੀ ਦੀ ਖਪਤ ਆ, ਇਹ ਮੂੰਹ ਜ਼ਬਾਨੀ ਨਹੀਂ ਹੈਗਾ। ਬਿਜਲੀ ਦੀ ਰੇਸ਼ੋ ਦੇ ਹਿਸਾਬ ਨਾਲ ਅਗਰ ਮਿਲਾਨ ਕਰਿਆ ਜਾਵੇ ਤਾਂ ਅੱਧਾ ਦਿਨ ਦੀ ਖਪਤ ਆ, ਲੇਕਿਨ 364 ਦਿਨ ਦਾ ਜਿਹੜਾ ਮਟੀਰੀਅਲ ਹੈ ਉਹਦਾ ਕੀ ਰੋਡ ਮੈਪ ਬਣਿਆ? ਕੋਈ ਰੋਡ ਮੈਪ ਨਹੀਂ ਬਣਿਆ ਹੈਗਾ ਜੀ। ਉਹ ਪੈਸਾ ਜਿਹੜਾ ਹੈਗਾ ਉਹ ਸਿੱਧਾ ਪ੍ਰਸ਼ਾਸਨ ਦੀ, ਠੇਕੇਦਾਰਾਂ ਦੀ ਔਰ ਸਰਕਾਰ ਦੇ ਮੰਤਰੀਆਂ ਦੀ ਜੇਬ ਦੇ ਵਿੱਚ ਜਾਏਗਾ। 1,87,000 ਮੀਟ੍ਰਿਕ ਟਨ ਦੀ ਗੱਲ ਕੀਤੀ ਹੈ ਤਾਂ ਮਤਲਬ ਜਦੋਂ ਜਿਹੜੀ ਸਾਈਟ 'ਤੇ ਜਿਹੜਾ ਹੈਗਾ ਮਾਈਨਿੰਗ ਹੁੰਦੀ ਆ, ਉੱਥੇ ਜਦੋਂ ਗੱਡੀਆਂ ਨਿਕਲਦੀਆਂ, ਓਵਰਲੋਡ ਗੱਡੀਆਂ ਨਿਕਲਦੀਆਂ, ਤਾਂ ਮੈਂ ਵੀ ਕਈ ਪਿਛਲੇ ਦਿਨਾਂ ਚੈੱਕ ਕੀਤਾ, ਉਹਨਾਂ ਕੋਲ ਜਿਹੜੀ ਸਲਿੱਪ ਹੁੰਦੀ ਆ 14 ਤੋਂ 15 ਜਾਂ 16 ਟਨ ਦੀ ਸਲਿੱਪ ਹੁੰਦੀ ਆ, ਪਰ ਗੱਡੀ ਦੇ ਵਿੱਚ ਮਾਲ ਜਿਹੜਾ ਹੁੰਦਾ 25 ਤੋਂ ਲੈ ਕੇ 35 ਟਨ ਤੱਕ ਦਾ ਜਿਹੜਾ ਹੈਗਾ ਮਾਲ ਨਿਕਲਦਾ, ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ। ਸਰਕਾਰ ਨੂੰ ਸਿਰਫ 14 ਤੋਂ 16 ਟਨ ਦਿਖਾਇਆ ਜਾਂਦਾ। ਨਹੀਂ ਵੀ ਜੀ, ਤੁਸੀਂ ਅੱਜ ਵੀ ਜਾ ਕੇ ਦੇਖੋ, ਤੁਸੀਂ ਪਿਛਲੀ ਤੇ ਗੱਲ ਕਰਦੇ ਆ, ਅੱਜ ਵੀ ਤੁਸੀਂ ਜਾਓਗੇ ਉੱਥੇ ਜਿਹੜੇ ਉੱਥੇ ਵੇ ਬ੍ਰਿਜ ਲੱਗੇ ਹੋਏ ਆ, ਕੰਡੇ ਲੱਗੇ ਹੋਏ ਆ, ਉਹਦੇ ਪਰ ਤਾਂ ਇੱਕ ਰੇਹੜੀ ਨਹੀਂ ਤੁਲ ਸਕਦੀ, 2 ਟਾਇਰ ਨਹੀਂ ਗੱਡੀ ਤੇ ਚੜ੍ਹਦੇ ਹੈਗੇ। ਉਹ ਸਾਰੀਆਂ ਫੇਕ ਨਿਊਜ਼ ਆ ਜੀ, ਫੇਕ ਪਰਚੀਆਂ ਨੇ। ਉਹ ਕੋਈ ਉੱਥੇ ਵੇ ਬ੍ਰਿਜ 'ਤੇ ਤੋਲਿਆ ਨਹੀਂ ਜਾਂਦਾ ਹੈਗਾ। ਉਹ ਜਿਵੇਂ ਹੁਣ ਉੱਥੇ ਤੇ ਸਪੋਜ਼ ਕਰੋ ਇੱਕ ਟਿੱਪਰ ਦੇ ਵਿੱਚ ਓਵਰਲੋਡ ਨਿਕਲਦਾ ਜੀ, ਉੱਥੇ ਤੇ 50-50 ਟਨ 40-40 ਟਨ ਉੱਥੇ ਤੇ ਓਵਰਲੋਡ ਨਿਕਲਦਾ ਜੀ। ਅੱਜ ਵੀ ਤੁਸੀਂ ਜਾਓਗੇ ਤੁਹਾਨੂੰ 40-40 50-50 ਟਨ ਓਵਰਲੋਡ ਮਿਲੇਗਾ ਉੱਥੇ, ਲੇਕਿਨ ਜਿਹੜੀ ਰਸੀਦ ਹੈ, ਪਰਚੀ ਹੈ, ਉਹ 3 ਟਨ 5 ਟਨ 7 ਟਨ ਦੀ ਕੱਟੀ ਜਾਂਦੀ ਹੈ। ਪੈਸਾ ਉਹੀ ਆ ਕਿ ਜੇ ਆਪਾਂ ਉਹਨੂੰ ਮਿਲਾਪ ਕਰੀਏ ਬਿਜਲੀ ਦੇ ਬਿੱਲ ਦੇ ਹਿਸਾਬ ਦੇ ਨਾਲ ਤਾਂ ਇੱਕ ਦਿਨ 'ਚ ਹੋ ਜਾਂਦਾ। ਜੇ ਤੁਸੀਂ ਪਰਚੀਆਂ ਨਾਲ ਮਿਲਾਪ ਕਰੋਗੇ, ਉਹਨਾਂ ਨੇ ਉਹੀ ਮਤਲਬ ਇੱਕ ਦਿਨ ਦੇ ਵਿੱਚ 20 ਟਨ 10 ਟਨ ਕਰਕੇ ਉਹਨੂੰ 1 ਸਾਲ ਤੱਕ ਖਿੱਚ ਕੇ ਲੈ ਕੇ ਜਾਣਾ। ਬਾਕੀ ਪੈਸਾ ਜਿਹੜਾ ਉਹ ਠੇਕੇਦਾਰਾਂ ਦੀ ਜੇਬ ਦੇ ਵਿੱਚ, ਪ੍ਰਸ਼ਾਸਨ ਦੀ ਜੇਬ, ਮੰਤਰੀਆਂ ਦੀ ਜੇਬ ਦੇ ਵਿੱਚ ਜਾਣਾ ਹੈ। ਇਸ ਕਰਕੇ ਉਹ ਉੱਥੇ ਤੇ ਦਿਖਾਉਂਦੇ ਹੀ ਨਹੀਂ ਹੈਗੇ ਕਿ ਇੱਥੇ ਤੇ ਇੰਨਾ ਟਨ ਮਾਲ ਗਿਆ। ਲੇਕਿਨ ਅਗਰ ਉਹਨੂੰ ਕੱਢਣਾ ਹੈ, ਚਾਹੇ ਕੱਢਣਾ ਚਾਹੀਏ ਤਾਂ ਸਿੱਧਾ ਕ੍ਰੈਸ਼ਰਾਂ ਦੇ ਬਿਜਲੀ ਦੇ ਬਿੱਲ ਚੱਕੋ ਔਰ ਉਹਦੇ ਪਰ 7 ਯੂਨਿਟ ਤੇ 1 ਟਨ ਦੀ ਰੇਸ਼ੋ ਆ ਜੀ, ਜਿਹੜੀ ਸਰਕਾਰ ਨੇ ਕੱਢੀ ਹੋਈ ਆ, ਉਹਦੇ ਨਾਲ ਮਿਲਾਨ ਕਰੋਗੇ ਤਾਂ ਜਿਹੜਾ 1,87,000 ਮੀਟ੍ਰਿਕ ਟਨ ਹੈਗਾ ਉਹ ਅੱਧੇ ਦਿਨ ਦੇ ਵਿੱਚ ਹੀ ਪ੍ਰੋਸੈਸ ਹੋ ਜਾਂਦਾ। 3 ਸਾਲ 64 ਦਿਨ ਦਾ ਜਿਹੜਾ ਪੈਸਾ ਹੈਗਾ ਉਹ ਸਾਰਾ ਇਹਨਾਂ ਦੀ ਜੇਬਾਂ 'ਚ ਜਾਂਦਾ ਹੈ, ਉਹ ਕੋਈ ਸਰਕਾਰੀ ਖਜ਼ਾਨੇ 'ਚ ਨਹੀਂ ਜਾਂਦਾ ਹੈ। ਜਿਹੜਾ ਤੁਸੀਂ ਤਰੀਕਾ ਦੱਸਿਆ ਕਿ ਆਹ ਜਿਹੜੀ ਯੂਨਿਟਾਂ ਦੇ ਹਿਸਾਬ ਨਾਲ ਕੈਲਕੂਲੇਸ਼ਨ ਕੀਤੀ ਜਾ ਸਕਦੀ ਆ ਕਿ ਕਿੰਨਾ ਮਾਲ ਜਿਹੜਾ ਹੈਗਾ ਕ੍ਰੈਸ਼ਰਾਂ ਦੇ ਕੋਲ ਜਾ ਰਿਹਾ, ਇਹ ਫਿਰ ਇਹਨਾਂ ਦੇ ਜਿਹੜੇ ਸਰਕਾਰ ਦੇ ਖਨਨ ਮੰਤਰੀ ਹੈਗੇ ਆ ਜਾਂ ਹੋਰ ਇਹਨਾਂ ਸਲਾਹਕਾਰ ਆ, ਇਹ ਤਰੀਕਾ ਕੀ ਉਹਨਾਂ ਨੂੰ ਪਤਾ ਨਹੀਂ, ਇਸ ਤਰ੍ਹਾਂ ਕਰ ਰਹੇ ਨਹੀਂ? ਉਹ ਨਹੀਂ ਬਈ, ਸਾਰਾ ਕੁਝ ਪਤਾ ਜੀ ਉਹਨਾਂ ਨੂੰ। ਜੇ ਪਤਾ ਹੈ ਜੀ, ਉਸੇ ਹਿਸਾਬ ਦੇ ਨਾਲ, ਪਤਾ ਦੇ ਹਿਸਾਬ ਦੇ ਨਾਲ ਉਹ ਕੰਮ ਕਰ ਰਹੇ ਆ ਨਾ ਜੀ। ਜੇ ਉਹਨਾਂ ਨੂੰ ਪਤਾ ਰਿਹਾ ਹੈ ਤਾਂ ਹੀ ਉਹਨਾਂ ਦੇ ਆਪਸ 'ਚ ਵੰਡ ਦਾ ਸਿਸਟਮ ਬਣਦਾ ਜੀ। ਐਂ ਤਾਂ ਫਿਰ ਵੰਡ ਦਾ ਸਿਸਟਮ ਨਹੀਂ ਬਣ ਸਕਦਾ ਹੈਗਾ। ਇਹ ਤਾਂ ਕਲੀਅਰ ਗੱਲ ਹੈ ਕਿ ਉੱਥੇ 40 ਟਨ ਦੀ ਬਜਾਏ 5 ਟਨ 6 ਟਨ ਦੀ ਹੀ ਪਰਚੀ ਕੱਟੀ ਜਾਂਦੀ ਹੈ। ਬਾਕੀ ਜਿਹੜਾ ਪੈਸਾ ਉੱਪਰਲਾ ਬਣਦਾ ਸਾਰਾ ਇਹਨਾਂ ਦੀ ਜੇਬਾਂ ਦੇ ਵਿੱਚ ਜਾਂਦਾ ਹੈ। ਪਰ ਇੱਕ ਗੱਲ ਇਹ ਹੈ ਵੀ ਭਗਵੰਤ ਮਾਨ ਨੇ ਕਿਹਾ ਵੀ ਮੇਰੇ ਸਾਰੇ ਜਿਹੜੇ ਹੈਗੇ ਆ ਸਰਕਾਰ ਦੇ ਲੀਡਰ ਜਿਹੜੇ ਹੈਗੇ ਆ, ਵਿਧਾਇਕ ਆ, ਉਹ ਸਾਰੇ ਇਮਾਨਦਾਰ ਆ। ਕੇਜਰੀਵਾਲ ਨੇ ਵੀ ਜਿਹੜਾ ਹੈਗਾ ਗੁਜਰਾਤ ਔਰ ਉੱਥੇ ਹਿਮਾਚਲ ਦੇ ਵਿੱਚ ਭਾਸ਼ਣ ਦਿੱਤਾ ਕਿ 10 ਜਾਂ 15 ਦਿਨਾਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਨੂੰ ਬਿਲਕੁਲ ਕਰਪਸ਼ਨ ਮੁਕਤ ਕਰ ਦਿੱਤਾ ਗਿਆ। ਅਤੇ ਕੇਜਰੀਵਾਲ ਨੇ, ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਅਗਰ ਮੇਰਾ ਵੀ ਕੋਈ ਵਿਧਾਇਕ ਇੱਦਾਂ ਕਰਦਾ ਹੈ, ਕੋਈ ਕਰਪਸ਼ਨ ਕਰਦਾ, ਤਾਂ ਉਹਦੇ ਖਿਲਾਫ ਵੀ ਜਿਹੜਾ ਐਕਸ਼ਨ ਹੋਊਗਾ। ਫਿਰ ਤੁਸੀਂ ਕਿਵੇਂ ਆਰੋਪ ਲਾ ਰਹੇ ਹੋ ਵੀ ਇਹ ਵੀ ਵਿੱਚ ਸ਼ਾਮਲ ਆ? ਵੀਰ ਜੀ, ਆਪਾਂ ਤਾਂ ਦੇਖੀਏ ਜੀ, ਗੱਲ ਇਹ ਹੈ, ਜੇ ਕਰਪਸ਼ਨ ਨੂੰ ਰੋਕਣਾ ਹੁੰਦਾ, ਕਰਪਸ਼ਨ ਨੂੰ ਬੜਾਵਾ ਨਾ ਦੇਣਾ ਹੁੰਦਾ, ਇਹਦੇ ਪਰ ਸਿਸਟਮੈਟਿਕ ਚਲਾਉਣਾ ਹੁੰਦਾ, ਇਹਦਾ ਰੋਡ ਮੈਪ ਬਣਾਇਆ ਵਾ ਹੁੰਦਾ ਜੀ, ਫਿਰ ਕਹਿੰਦੇ ਇਹਨਾਂ ਨੇ ਤਾਂ ਉਸੀ ਠੇਕੇਦਾਰ ਜਿਹਨੂੰ ਇਹ ਅੱਜ ਤੋਂ 1 ਮਹੀਨਾ ਪਹਿਲਾਂ ਭੰਡਦੇ ਰਹੇ ਆ ਕਿ ਇਹ ਨਜਾਇਜ਼ ਮਾਈਨਿੰਗ ਕਰ ਰਹੇ ਆ, ਅੱਜ ਵੀ ਤੁਸੀਂ ਬਾਗਡੋਰ ਉਹਨਾਂ ਦੇ ਹੱਥ 'ਚ ਫੜਾਤੀ। ਆਪਾਂ ਕਿਸ ਹਿਸਾਬ ਨਾਲ ਦੇਖੋਗੇ ਕਿ ਇੱਥੇ ਕਰਪਸ਼ਨ ਨਹੀਂ ਹੋ ਰਹੀ ਹੈਗੀ? ਜੇ ਤੁਸੀਂ ਉਹਨਾਂ ਨੂੰ, ਜੇ ਚੋਰਾਂ ਦੇ ਹੱਥ 'ਚ ਹੀ ਤੁਸੀਂ ਫਿਰ ਚੋਰੀ ਕਰਨ ਦਾ ਸਿਸਟਮ ਫੜਾਤਾ ਤਾਂ ਉੱਥੇ ਚੋਰੀ ਕਿਵੇਂ ਨਹੀਂ ਹੋ ਸਕਦੀ ਹੈਗੀ? ਇਹ ਨਹੀਂ ਹੋ ਸਕਦਾ ਹੈਗਾ ਕਿ ਅੱਜ ਚੋਰੀ ਰੁਕ ਜਾਏਗੀ।
ਵੀ ਚੋਣਾਂ ਤੋਂ ਪਹਿਲਾਂ ਰਾਘਵ ਚੱਡਾ, ਦਿਨੇਸ਼ ਚੱਡਾ ਜਿਹੜੇ ਵਿਧਾਇਕ ਨੇ, ਉਹ ਤੇ ਆਮ ਆਦਮੀ ਪਾਰਟੀ ਦੀ ਇੱਕ ਟੀਮ ਜਿੰਦਾਪੁਰ ਜਿਹੜੀ ਹੈਗੀ ਕੋਈ ਸਾਈਟ ਸੀਗੀ, ਉੱਥੇ ਗਏ ਸੀ। ਉਹ ਕਹਿੰਦੇ ਸਾਈਟ ਜਿਹੜੀ ਹੈਗੀ ਆ ਨਜਾਇਜ਼ ਤੌਰ ਤੇ ਮਾਈਨਿੰਗ ਹੋ ਰਹੀ ਆ। ਕੀ ਹੁਣ ਉਹ ਸਾਈਟ ਬੰਦ ਆ, ਉੱਥੇ ਮਾਈਨਿੰਗ ਨਹੀਂ ਹੋ ਰਹੀ? ਨਹੀਂ ਜੀ, ਅੱਜ ਵੀ ਮਾਈਨਿੰਗ ਹੋ ਰਹੀ ਹੈ ਜੀ ਉੱਥੇ। ਹੁਣ ਬਸ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਜੀ ਕਿ ਉਸ ਜਗ੍ਹਾ ਤੇ ਹੁਣ ਇਹਨਾਂ ਨੇ ਕਿਆ ਕਰਿਆ, ਆਲੇ ਦੁਆਲੇ ਝੰਡਾ ਲਾ ਕੇ ਇੱਕ ਬੈਰੀਗੇਡ ਜਿਹਾ ਬਣਾਤਾ। ਸਾਈਡ ਉਹੀ ਹੈ, ਬੈਰੀਗੇਡ ਬਣਾਤਾ। ਝੰਡੇ ਲਾਉਣ ਦੇ ਨਾਲ ਉੱਥੇ ਉਹ ਕਾਨੂੰਨੀ ਖੱਡ ਬਣ ਗਈ। ਉਹ ਕਿ ਇੱਥੇ ਕਾਨੂੰਨੀ ਖੱਡ ਆ, ਉਹ ਸਿਰਫ ਝੰਡੇ ਲਾਉਣ ਦੇ ਨਾਲ। ਜਦੋਂ ਝੰਡੇ ਨਹੀਂ ਸੀਗੇ, ਜਦੋਂ ਗੈਰ ਕਾਨੂੰਨੀ ਸੀਗੀ, ਪਰ ਖਨਨ ਵਾਲੀ ਜਗ੍ਹਾ ਹੈ ਉਹ ਸੇਮ ਹੈ। ਉਹ ਪਹਿਲਾਂ ਵੀ ਉਹੀ ਸੀ, ਅੱਜ ਵੀ ਉਹੀ ਹੈ। ਗੱਲ ਇੱਕ ਸਮਝ ਨਹੀਂ ਆ ਰਹੀ ਕਿ ਜਿਹੜਾ ਗ੍ਰੀਨ ਟ੍ਰਿਬਿਊਨਲ ਆ ਸੁਪਰੀਮ ਕੋਰਟ ਨੇ ਪੰਜਾਬ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਜਿਹੜੀ ਹੈਗੀ ਕਲੀਅਰੈਂਸ ਨਹੀਂ ਦਿੱਤੀ ਜਾ ਰਹੀ ਆ ਕਿ ਮਾਈਨਿੰਗ ਨਹੀਂ ਹੋ ਸਕਦੀ ਆ, ਫਿਰ ਇਹ ਡੀ ਸਿਲਟਿੰਗ ਵਾਲਾ ਫੰਡਾ ਕੀ ਹੈ? ਇਹ ਕਿਵੇਂ ਚੱਲ ਰਿਹਾ ਸਿਸਟਮ ਸਾਰਾ? ਡੀ ਸਿਲਟਿੰਗ ਦਾ ਵੀਰ ਜੀ, ਜਦੋਂ ਮੈਂ 2020 ਦੇ ਵਿੱਚ ਕੋਰਟ 'ਚ ਗਿਆ ਨਾ ਜੀ, ਇਹ ਕੀ ਹੁੰਦਾ ਹੈ ਕਿ ਸੈਂਟਰ ਗਵਰਨਮੈਂਟ ਤੋਂ ਕਲੀਅਰੈਂਸ ਲੈਣੀ ਪੈਂਦੀ ਹੈ ਗ੍ਰੀਨ ਟ੍ਰਿਬਿਊਨਲ 'ਤੇ, ਸੈਂਟਰ ਗਵਰਨਮੈਂਟ 'ਤੇ, ਕਿ ਅਸੀਂ ਇਸ ਜਗ੍ਹਾ 'ਤੇ ਅਸੀਂ ਮਟੀਰੀਅਲ ਕੱਢਣਾ ਚਾਹੁੰਦੇ ਹਾਂ। ਉਹਦੇ ਵਿੱਚ ਕਈ ਗੱਲਾਂ ਹੁੰਦੀਆਂ ਨੇ ਕਿ ਮਟੀਰੀਅਲ ਕੱਢਣਾ ਚਾਹੁੰਦੇ ਹਾਂ, ਸਾਡਾ ਇੱਥੇ ਮਟੀਰੀਅਲ ਨਦੀਆਂ 'ਚ ਵੱਧ ਹੋਣ ਕਰਕੇ ਸਾਡੇ ਪਿੰਡਾਂ ਨੂੰ ਪਾਣੀ ਦੀ ਮਾਰ ਦਾ ਨੁਕਸਾਨ ਹੁੰਦਾ ਹੈ ਅਤੇ ਔਰ ਸਾਡੇ ਲੋਕਾਂ ਨੂੰ ਤਕਲੀਫ ਹੁੰਦੀ ਆ, ਸਾਡੇ ਪਿੰਡ ਹੜ੍ਹ ਜਾਂਦੇ ਆ। ਫਿਰ ਉਹ ਕਹਿੰਦਾ ਪਬਲਿਕਲੀ ਹੀਅਰਿੰਗ ਹੁੰਦੀ ਆ ਉਹਦੀ, ਜਿਹੜੀ ਪਿੰਡ ਦੇ ਲੋਕਾਂ ਤੇ ਆਲੇ ਦੁਆਲੇ ਦੇ ਸਰਪੰਚਾਂ ਤੋਂ ਜਿੱਥੇ ਮਾਈਨਿੰਗ ਹੋਣੀ ਆ ਉਹਨਾਂ ਤੋਂ ਲਿਖ ਕੇ ਦਿੱਤਾ ਜਾਂਦਾ ਕਿ ਅਗਰ ਸਾਡੇ ਪਿੰਡ ਦੇ ਬਚਾਓ ਲਈ ਇਹ ਕੰਮ ਹੁੰਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਫਿਰ ਗ੍ਰੀਨ ਟ੍ਰਿਬਿਊਨਲ ਉੱਥੇ ਤੇ ਸਾਨੂੰ NOC ਦਿੰਦਾ ਹੈ ਜੀ ਕਿ ਤੁਸੀਂ ਇੱਥੇ ਮਾਈਨਿੰਗ ਕਰ ਸਕਦੇ ਆ, ਇਹਨੂੰ ਤੁਸੀਂ ਪੁੱਟ ਸਕਦੇ ਆ। ਲੇਕਿਨ 2013 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੇ ਮਨਜ਼ੂਰੀ ਲੱਤੀ ਸੀਗੀ, ਉਹਦੀ 5 ਸਾਲ ਦੀ ਮਨਜ਼ੂਰੀ ਹੁੰਦੀ ਆ। 2018 'ਚ ਉਹ ਮਨਜ਼ੂਰੀ ਖਤਮ ਹੋ ਗਈ। ਪਰ ਮਨਜ਼ੂਰੀ ਜੇ ਅਗਰ ਦੁਬਾਰਾ ਲੈਣੀ ਹੁੰਦੀ ਆ ਤਾਂ ਜਦੋਂ ਮਨਜ਼ੂਰੀ ਖਤਮ ਹੁੰਦੀ ਹੈ 90 ਦਿਨ ਦੇ ਅੰਦਰ ਅੰਦਰ ਪਹਿਲਾਂ ਸਾਨੂੰ ਗ੍ਰੀਨ ਟ੍ਰਿਬਿਊਨਲ ਨੂੰ ਇਤਲਾਹ ਦੇਣੀ ਪੈਂਦੀ ਆ ਕਿ ਸਾਡਾ ਟਾਈਮ ਖਤਮ ਹੋ ਰਿਹਾ, ਕਿ ਅਸੀਂ ਇਸ ਚੀਜ਼ ਦੀ ਮਨਜ਼ੂਰੀ ਲੈਣੀ ਆ। ਲੇਕਿਨ ਇਹ ਸਰਕਾਰ ਨੇ ਨਹੀਂ ਲਿੱਤਾ, ਕਾਂਗਰਸ ਸਰਕਾਰ ਨੇ ਨਹੀਂ ਲਿੱਤਾ। 2018 'ਚ ਲੈਣਾ ਤਾਂ 2019 ਦੇ ਵਿੱਚ ਇਹਨਾਂ ਨੇ ਠੇਕੇ ਦੇਤੇ, ਆਪਣਾ ਮਾਈਨਿੰਗ ਦੇ ਕੰਟਰੈਕਟ ਦੇਤਾ ਠੇਕੇਦਾਰਾਂ ਨੂੰ ਮਾਈਨਿੰਗ ਕਰਨ ਦਾ। ਲੇਕਿਨ ਜਦੋਂ ਉਹ ਠੇਕੇਦਾਰਾਂ ਨੇ 9 ਮਹੀਨੇ ਬਗੈਰ ਸਰਕਾਰ ਨਾਲ ਐਗਰੀਮੈਂਟ ਕੀਤੇ ਪੂਰੇ ਪੰਜਾਬ ਦੇ ਵਿੱਚ ਲੁੱਟ ਮਚਾਈ, ਕਰੋੜਾਂ ਰੁਪਇਆ ਇਕੱਠਾ ਕੀਤਾ। ਇਹਦੇ ਅਗੇਂਸਟ ਆਪਾਂ ਨੇ ਹਾਈ ਕੋਰਟ ਰਿਟ ਫਾਈਲ ਕੀਤੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਰੋੜਾਂ ਰੁਪਇਆ ਇਕੱਠਾ ਹੋ ਰਿਹਾ, ਰੋਡ ਤੇ ਖੜ ਕੇ ਗੈਰ ਕਾਨੂੰਨੀ ਬੰਦੇ ਮਾਈਨਿੰਗ ਦੇ ਨਾਂ ਤੇ ਲੁੱਟ ਮਚਾ ਰਹੇ ਆ ਔਰ ਪੈਸੇ ਇਕੱਠੇ ਕਰ ਰਹੇ ਆ। ਉੱਥੋਂ ਤੋਂ ਫਿਰ ਸਾਡੇ ਮਾਨਯੋਗ ਜੱਜ ਸਾਹਿਬ ਰੋਪੜ ਦੇ, ਉਹਨਾਂ ਦੀ ਡਿਊਟੀ ਲਾਈ। ਉਹਨਾਂ ਨੇ ਬੰਦ ਲਿਫਾਫੇ 'ਚ ਰਿਪੋਰਟ ਤਿਆਰ ਕਰਕੇ ਦਿੱਤੀ ਕਿ ਵਾਕਈ ਰੋਪੜ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੀ ਲੁੱਟ ਹੋ ਰਹੀ ਹੈ, ਬਹੁਤ ਮਾਲੀਆ ਇਕੱਠਾ ਹੋ ਰਿਹਾ। ਜਦੋਂ ਇਹ ਰਿਪੋਰਟ ਉੱਥੇ ਗਈ, ਉਸ ਟਾਈਮ ਸਰਕਾਰ ਦੇ ਨਾਲ ਠੇਕੇਦਾਰਾਂ ਨੇ ਐਗਰੀਮੈਂਟ ਕੀਤਾ ਫਰਵਰੀ 20 ਦੇ ਵਿੱਚ ਆ ਕੇ ਕਿ ਹੁਣ ਇਹ ਗੱਲ ਜੱਗ ਜ਼ਾਹਰ ਹੋ ਜਾਣੀ, ਸਾਨੂੰ ਐਗਰੀਮੈਂਟ ਕਰਨਾ ਪੈਣਾ। ਫਿਰ ਐਗਰੀਮੈਂਟ ਕੀਤਾ ਜੀ। ਉਹ ਐਗਰੀਮੈਂਟ ਦੇ ਤਹਿਤ CBI ਇਨਕੁਆਇਰੀ ਚੱਲ ਰਹੀ ਆ। CBI ਇਨਕੁਆਇਰੀ 'ਤੇ ਰੋਕ ਰਾਤੀ, ਜੱਜ ਸਾਹਿਬ ਨੇ CBI ਇਨਕੁਆਇਰੀ ਮਾਰਕ ਕੀਤੀ। ਲੇਕਿਨ ਅਗਰ ਸਰਕਾਰ ਚਾਹੁੰਦੀ ਹੈ ਕਿ ਅਗਰ ਅਸੀਂ ਉਸ ਜੱਗ ਜ਼ਾਹਰ ਕਰਨੇ ਆ ਤਾਂ CBI ਨੂੰ ਦੁਬਾਰਾ ਓਪਨ ਕਰਾ ਕੇ ਇਹ ਜਿਹੜਾ 20,000 ਕਰੋੜ ਦਾ ਫੰਡਾ ਹੈ, ਜਿਹੜਾ ਸੁਖਪਾਲ ਖਹਿਰਾ ਜੀ ਕਹਿ ਰਹੇ ਆ, ਇਸੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਹੋਇਆ, ਉਹ ਜੱਗ ਜ਼ਾਹਰ ਹੋ ਜਾਏਗਾ, ਉਹ ਨੰਗਾ ਹੋ ਜਾਏਗਾ ਔਰ ਜਿਹੜੇ ਬੰਦਿਆਂ ਨੇ ਲੁੱਟ ਮਚਾਈ ਆ ਉਹ ਅੰਦਰ ਹੋ ਜਾਣਗੇ, ਉਹ ਸਲੀਖਾਂ ਦੇ ਅੰਦਰ ਹੋ ਜਾਣਗੇ, ਲੋਕਾਂ ਨੂੰ ਪਤਾ ਵੀ ਲੱਗ ਜਾਏਗਾ। ਜਟਾਣਾ ਜੀ, ਕੇਂਦਰ ਸਰਕਾਰ ਦੇ ਵੱਲੋਂ ਜਾਂ ED ਦੇ ਵੱਲੋਂ ਮਾਈਨਿੰਗ, ਨਜਾਇਜ਼ ਮਾਈਨਿੰਗ ਨੂੰ ਲੈ ਕੇ ਜਿਹੜੀ ਹੈਗੀ ਆ ਸਾਬਕਾ CM ਚੰਨੀ ਦੇ ਭਤੀਜੇ ਨੂੰ, ਜਿਹੜਾ ਹਨੀ ਨੂੰ ਤਾਂ ਚੱਕਿਆ ਹੋਇਆ, ਪਰੰਤੂ ਹੁਣ ਜਦੋਂ ਪੰਜਾਬ ਦੇ ਵਿੱਚ ਸਰਕਾਰ ਆਈ ਆ ਤਾਂ ਇਹਨਾਂ ਦੇ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਕੋਈ ਇਨਕੁਆਇਰੀ ਜਾਂ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਗਈ। ਲੋਕ ਸਵਾਲ ਚੁੱਕਦੇ ਬੜੇ ਕਿ ਗੱਲਾਂ ਕਰਦੇ ਸੀਗੇ ਵੀ ਸਰਕਾਰ ਆਉਣ 'ਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਜਿਹੜੇ ਇਹਦੇ ਵਿੱਚ ਕਿੰਗ ਪਿਨ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ। ਕਿਵੇਂ ਦੇਖਦੇ ਲੋਕ ਹੁਣ ਚਰਚਾ ਕਰ ਰਹੇ ਕਿ ਉਹ ਚੱਲ ਨਹੀਂ ਰਹੀ ਕਿਤੇ ਕਾਰਵਾਈ? ਵੀਰ ਜੀ, ਗੱਲ ਇਹ ਆ, ਉਹਦੇ ਪਰ ਅੱਜ ਤੱਕ ਸਰਕਾਰ ਨੇ ਮੇਰੇ ਹਿਸਾਬ ਦੇ ਨਾਲ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਨਾ ਉਹਦੀ ਇਨਕੁਆਇਰੀ ਦੀ ਗੱਲ ਕੀਤੀ ਔਰ ਨਾ ਹੀ ਕੋਈ ਕਿੰਤੂ ਪਰੰਤੂ ਕੀਤੀ ਕਿ ਇਹਦੇ ਪਰ ਇਹਨਾਂ ਨੇ ਨਜਾਇਜ਼ ਮਾਈਨਿੰਗ ਕੀਤੀ ਹੈ, ਇੰਨਾ ਪੈਸਾ ਇਕੱਠਾ ਹੋਇਆ। ਜਿਹੜਾ ਇੱਕ ਬੰਦਾ ਅਨਨੋਨ ਹੋਵੇ, ਜਿਹਦਾ ਕੋਈ ਕਾਰੋਬਾਰ ਨਾ ਹੋਵੇ, ਉਹਦੇ ਘਰ ਤੋਂ 10-10 ਕਰੋੜ ਰੁਪਏ ਫਟਿਆ ਜਾਂਦਾ ਹੈ, ਤਾਂ ਇਹਦਾ ਮਤਲਬ ਉਹ 2 ਨੰਬਰ ਦਾ ਨਜਾਇਜ਼ ਮਾਈਨਿੰਗ ਦਾ ਪੈਸਾ ਤਾਂ। ਲੇਕਿਨ ਅਗਰ ਆਮ ਆਦਮੀ ਪਾਰਟੀ ਇਹਦੇ ਉੱਪਰ ਕੋਈ ਵਰਕ ਕਰੇਗੀ, ਉਹਨਾਂ ਨੂੰ ਅੰਦਰ ਕਰੇਗੀ ਜਾਂ ਉਹਦੇ ਪਰ ਕੋਈ ਕਿੰਤੂ ਪਰੰਤੂ ਕਰੇਗੀ, ਜਿਹੜੇ 5 ਸਾਲ ਇਹਨਾਂ ਨੇ ਕਰਨੇ ਆ, ਇਹਨਾਂ ਨੇ ਆਪਣੀ ਜੇਬਾਂ 'ਚ ਲੁੱਟ ਕੇ ਪਾਉਣਾ, ਤਾਂ ਕੱਲ੍ਹ ਨੂੰ ਇਹ ਗੱਲ ਇਹਨਾਂ 'ਤੇ ਵੀ ਆਉਣੀ ਆ। ਇਸ ਕਰਕੇ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਆਪਾਂ ਨਾ ਛੇੜੀਏ ਤਾਂ ਚੰਗੀ ਗੱਲ ਹੈ। ਓਵਰਲੋਡਿੰਗ ਨੂੰ ਕਿਵੇਂ ਦੇਖਦੇ ਹੋ? ਲਗਾਤਾਰ ਜਿਹੜੀਆਂ ਸਾਈਟਾਂ ਦੇ ਉੱਤੇ ਟਿੱਪਰ ਚੱਲਦੇ ਆ, ਜਦੋਂ ਨਿਕਲਦੇ ਆ ਤਾਂ ਬਹੁਤ ਜਿਹੜਾ ਹੈਗਾ ਕਿਹਾ ਜਾਂਦਾ ਕਿ ਦਿਖਾਇਆ ਕੁਛ ਜਾਂਦਾ ਅਤੇ ਮਾਲ ਕੁਛ ਹੋਰ ਕੱਢਿਆ ਜਾਂਦਾ। ਜਿੱਥੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਜਿਹੜੀਆਂ ਖੱਡਾਂ ਦੇ ਵਿੱਚ ਕੰਡੇ ਲੱਗੇ ਆ, ਵੇਅ ਬ੍ਰਿਜ ਲੱਗੇ ਹੋਏ ਆ, ਉਹ ਤਾਂ ਸਿਰਫ
ਇੱਕ ਰੇੜੀ ਨਹੀਂ ਤੁਲ ਸਕਦੀ, ਉਹ ਇੰਨੇ ਛੋਟੇ ਛੋਟੇ ਲੱਗੇ ਹੋਏ ਆ। ਉਹਦੇ ਪਰ ਇੱਕ ਟਰੱਕ ਦਾ ਇੱਕ ਟਾਇਰ ਚੜਦਾ ਹੈ, ਇੱਕ ਟਾਇਰ ਚੜੇਗਾ, ਤੁਸੀਂ ਵੇ ਵੇਟ ਕਿਵੇਂ ਤੁਸੀਂ ਨਾਪ ਲਓਗੇ ਉਹਨੂੰ? ਤੁਸੀਂ ਅੱਜ ਵੀ ਸਾਈਡਾਂ 'ਤੇ ਜਾ ਕੇ ਦੱਸਿਆ ਉਹ ਵੇ ਬ੍ਰਿਜ ਇੰਨੇ ਕੁ ਆ ਜਿਹਦੇ ਪਰ ਟਰੱਕ ਨਹੀਂ ਚੜ ਸਕਦਾ ਹੈਗਾ। ਉੱਥੇ ਤਾਂ 2-3 ਟਨ ਦੀ ਇਹ ਪਰਚੀ ਕੱਢਦੇ, ਇੱਕ ਟਾਇਰ ਚੜਾਉਂਦੇ ਆ, 2-3 ਟਨ ਦੀ ਪਰਚੀ ਕੱਟ ਕੇ ਦੇ ਦਿੰਦੇ ਆ, ਲੇਕਿਨ ਉਸ ਦੇ ਵਿੱਚ 50-50 60-60 70-70 ਟਨ ਵੀ ਮਾਲ ਜਾਂਦਾ ਜੀ। ਜਟਾਣਾ ਜੀ, ਕਿਹਾ ਜਾਂਦਾ ਸੀ ਕਿ ਜਿਹੜੀ ਪਹਿਲਾਂ ਵੀ ਜਦੋਂ ਰੌਲਾ ਪਿਆ ਮਾਈਨਿੰਗ ਨੂੰ ਲੈ ਕੇ, ਡੀਸਿਲਟਿੰਗ ਨੂੰ, ਤੇ ਸਰਕਾਰ ਕਹਿ ਰਹੀ ਸੀ ਜਾਇਜ਼ ਆ, ਪ੍ਰਸ਼ਾਸਨ ਵੀ ਕਹਿ ਰਿਹਾ ਸੀ ਜਾਇਜ਼ ਆ, ਡੀਸੀ ਵੀ ਕਹਿ ਰਹੇ ਸੀ ਜਾਇਜ਼ ਆ। ਅਗਰ ਜਾਇਜ਼ ਸੀਗਾ, ਫਿਰ ਚੋਣਾਂ ਜਦੋਂ ਸ਼ੁਰੂ ਹੋਈਆਂ, ਚੋਣਾਂ ਦੇ ਵਿੱਚ ਉਹ ਠੇਕੇਦਾਰ ਸਾਰੀ ਮਸ਼ੀਨਰੀ ਇਕੱਠੀ ਕਰਕੇ ਉੱਥੋਂ ਨਿਕਲ ਗਏ, ਨੱਠ ਕੇ ਬੰਦ ਕਰਤੀ, ਹੁਣ ਤੱਕ ਬੰਦ ਰਹੀ ਆ। ਤੇ ਹੁਣ ਕੁਝ ਦਿਨ ਤੋਂ ਜਿਹੜਾ ਹੈਗਾ ਹਲਚਲ ਸ਼ੁਰੂ ਹੋਈ ਆ ਮਾਈਨਿੰਗ ਨੂੰ ਲੈ ਕੇ, ਵਿਰੋਧ ਵੀ ਸ਼ੁਰੂ ਹੋ ਗਿਆ। ਜੇ ਜਾਇਜ਼ ਸੀ, ਮੇਰਾ ਸਵਾਲ ਹੈ ਕਿ ਜੇ ਜਾਇਜ਼ ਸੀ ਫਿਰ ਠੇਕੇਦਾਰ ਬੰਦ ਕਰਕੇ ਕਿਉਂ ਗਏ ਆ? ਵੀਰ ਜੀ, ਤੁਸੀਂ ਸਮਝਦਾਰ ਹੋ। ਜਦੋਂ ਪ੍ਰਸ਼ਾਸਨ ਹੁੰਦਾ ਹੈ ਉਹ ਸਰਕਾਰ ਦੇ ਹੇਠਾਂ ਕੰਮ ਕਰਦਾ ਜੀ। ਜੋ ਸਰਕਾਰ ਨੇ ਕਹਿਣਾ ਪ੍ਰਸ਼ਾਸਨ ਨੇ ਉਵੇਂ ਹੀ ਕਰਨਾ ਹੈ। ਜੇ ਉਸ ਟਾਈਮ ਉਹ ਲੀਗਲ ਸੀਗਾ, ਜੇ ਪ੍ਰਸ਼ਾਸਨ ਕਹਿ ਰਿਹਾ ਚਾਹੇ ਠੇਕੇਦਾਰ ਕਹਿ ਰਿਹਾ ਚਾਹੇ ਕਹਿ ਰਿਹਾ ਕਿ ਇਹ ਲੀਗਲ ਸੀਗਾ, ਜਦੋਂ ਉਹ ਲੀਗਲ ਸੀਗਾ ਤਾਂ ਚੋਣਾਂ ਵੇਲੇ ਉਹ ਬੰਦ ਕਿਉਂ ਹੋਇਆ? ਬੰਦ ਕਿਸ ਲਈ ਹੋਇਆ? ਕਦ ਲਈ ਬੰਦ ਹੋਇਆ? ਜੇ ਉਹ ਨਜਾਇਜ਼ ਸੀਗਾ ਤਾਂ ਹੀ ਬੰਦ ਹੋਇਆ। ਇਹ ਤਾਂ ਹੁਣ ਜੱਗ ਜ਼ਾਹਰ ਹੈ ਨਾ ਕਿ ਉਹ ਨਜਾਇਜ਼ ਚੱਲਦਾ ਸੀਗਾ, ਚੋਣਾਂ ਵੇਲੇ ਉਹ ਬੰਦ ਹੋ ਗਿਆ, ਹੁਣ ਤੱਕ ਬੰਦ ਰਹਿ ਗਿਆ। ਹੁਣ ਜਦੋਂ ਆਵਾਜ਼ ਉੱਠਣ ਲੱਗੀ, 1 ਮਹੀਨਾ ਹੋ ਗਿਆ ਆਮ ਆਦਮੀ ਪਾਰਟੀ ਸਰਕਾਰ ਨੂੰ ਬਣੀ ਨੂੰ, ਆਵਾਜ਼ ਉੱਠਣ ਲੱਗੀ ਕੋਈ ਵੀ ਚੀਜ਼ ਦੀ ਮੰਗ ਹੁੰਦੀ ਆ, ਚਾਹੇ ਰੇਤੇ ਦੀ ਆ ਚਾਹੇ ਬਜਰੀ ਦੀ ਆ, ਜਦ ਮਾਰਕੀਟ 'ਚ ਕਮੀ ਹੁੰਦੀ ਆ ਤਾਂ ਰੌਲਾ ਪੈਣ ਲੱਗ ਜਾਂਦਾ। ਜਦ ਇਹਨਾਂ ਨੂੰ ਦੇਖਿਆ ਕਿ ਅਸੀਂ 1 ਮਹੀਨੇ 'ਚ ਕੁਝ ਨਹੀਂ ਕੀਤਾ ਹੈਗਾ, ਨਾ ਅਸੀਂ ਕੋਈ ਕਾਰਪੋਰੇਸ਼ਨ ਬਣਾਈ, ਨਾ ਇਹਦੇ ਪਰ ਕੋਈ ਰੋਡ ਮੈਪ ਬਣਾਇਆ, ਨਾ ਕੁਝ ਬਣਾਇਆ ਹੈਗਾ, ਤਾਂ ਜਦੋਂ ਵਿਰੋਧ ਹੋਣ ਲੱਗਿਆ ਇਹਨਾਂ ਨੇ ਚੱਕ ਕੇ ਉਹਨਾਂ ਠੇਕੇਦਾਰਾਂ ਨੂੰ ਫਿਰ ਇਹ ਦੁਬਾਰਾ ਡੀਸਿਲਟਿੰਗ ਦਾ ਕੰਮ ਚੱਕ ਕੇ ਦੇ ਦਿੱਤਾ। ਲੇਕਿਨ ਡੀਸਿਲਟਿੰਗ ਦਾ ਜਿਹੜਾ ਕੰਮ ਹੋ ਰਿਹਾ ਉਹ ਬਿਲਕੁਲ ਨਜਾਇਜ਼ ਹੋ ਰਿਹਾ। ਮੈਨਿੰਗ ਦੇ ਠੇਕੇਦਾਰਾਂ ਨੂੰ ਡੀਸਿਲਟਿੰਗ ਦਾ ਕੰਮ ਬਿਲਕੁਲ ਨਹੀਂ ਦੇ ਸਕਦੇ, ਇਹ ਬਿਲਕੁਲ ਗੈਰ ਕਾਨੂੰਨੀ ਹੈ। ਫਿਰ ਇਸ ਮੁੱਦੇ ਨੂੰ ਲੈ ਕੇ ਫਿਰ ਬਚਿੱਤਰ ਸਿੰਘ ਜਟਾਣਾ ਦੁਆਰਾ ਜਿਹੜੇ ਹੈਗੇ ਹਾਈ ਕੋਰਟ ਜਾਣਗੇ ਅਗਰ ਦੁਆਰਾ ਡੀਸਿਲਟਿੰਗ ਦੇ ਨਾਮ ਤੇ ਨਜਾਇਜ਼ ਮਾਈਨਿੰਗ ਹੁੰਦੀ ਤਾਂ? ਵੀਰ ਜੀ, ਮੈਂ ਤਾਂ ਨਜਾਇਜ਼ ਮਾਈਨਿੰਗ ਦੇ ਖਿਲਾਫ ਵੀ, ਗੁੰਡਾ ਟੈਕਸ ਦੇ ਖਿਲਾਫ ਵੀ, ਇਹਦੇ ਖਿਲਾਫ ਪਹਿਲਾਂ ਹੀ ਹਾਈ ਕੋਰਟ 'ਚ ਗਿਆ ਹੋਇਆ। ਮੇਰੀਆਂ ਤਰੀਕਾਂ ਚੱਲ ਰਹੀਆਂ, ਸ਼ਾਇਦ ਇਸ ਮਹੀਨੇ ਵੀ ਮੇਰੀ ਤਰੀਕ ਆ 23-24 ਤਰੀਕ ਹੈ। ਤੇ ਕੋਈ ਗੱਲ ਨਹੀਂ ਹੈਗਾ, ਜਿੱਦਣ ਆਏਗਾ ਆਪਾਂ ਸਭ ਕੁਝ ਜੱਗ ਜ਼ਾਹਰ ਹੋ ਕੇ ਸਾਹਮਣੇ ਆ ਜਾਏਗਾ ਤਾਂ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਗੈਰ ਕਾਨੂੰਨੀ ਅੱਜ ਹੋ ਰਿਹਾ ਕਿ ਨਹੀਂ ਹੋ ਰਿਹਾ। ਜਿਹੜੀ ਸਰਕਾਰ ਤੁਸੀਂ ਪਾਰਟੀ ਬਣਾਇਆ ਹੋਣਾ, ਪ੍ਰਸ਼ਾਸਨ ਨੂੰ ਬਣਾਇਆ ਹੋਣਾ, ਸਰਕਾਰ ਬਦਲ ਗਈ ਆ, ਅਗਰ ਨਹੀਂ ਹੁਣ ਜਿਹੜਾ ਬੰਦ ਹੁੰਦਾ ਤਾਂ ਫਿਰ ਇਸ ਪਾਰਟੀ ਨੂੰ ਵੀ ਨਵੀਂ ਉਹਦੇ 'ਚ ਜਵਾਬ ਦੇ ਵਿੱਚ ਤੁਸੀਂ ਪਾਰਟੀ ਬਣਾਵੋਗੇ ਸਰਕਾਰ ਦੇ ਕਿਸੇ? ਨਹੀਂ ਵੀਰ ਜੀ, ਆਪਾਂ ਨੇ ਸਰਕਾਰ ਬਣਨ ਤੋਂ ਬਾਅਦ ਫਿਰ ਦੁਬਾਰਾ ਐਪਲੀਕੇਸ਼ਨ ਲਾਈ ਜੀ ਕੋਰਟ 'ਚ ਕਿ ਜਿਹੜੀ ਨਵੀਂ ਸਰਕਾਰ ਬਣਾਈ ਹੈ ਇਹ ਵੀ ਉਸੇ ਤਰ੍ਹਾਂ ਵਰਕ ਕਰਨ ਲੱਗੀ ਜੋ ਪਿਛਲੀ ਸਰਕਾਰ ਕਰਦੀ ਸੀਗੀ। ਤੇ ਇਹਨਾਂ ਨੂੰ ਵੀ ਤੁਸੀਂ ਉਸੇ ਕਟਹਿਰੇ ਵਿੱਚ ਖੜਾ ਕਰਤਾ ਜਿਸ ਤਰ੍ਹਾਂ ਪਹਿਲਾਂ ਸਰਕਾਰ ਸੀਗਾ ਕਿ ਨਜਾਇਜ਼ ਮਾਈਨਿੰਗ ਕਰਵਾਉਂਦੀ ਆ, ਉਸੇ ਕਟਹਿਰੇ 'ਚ ਖੜਿਆ ਕਰਕੇ ਤੁਸੀਂ ਹਾਈ ਕੋਰਟ ਗਏ ਹੋ? ਹਾਂਜੀ, ਮੈਂ ਬਿਲਕੁਲ ਜਦੋਂ ਉਸ ਕੰਮ ਨੂੰ ਰੁਕਿਆ ਨਹੀਂ, ਉਸੇ ਠੇਕੇਦਾਰਾਂ ਨੂੰ ਦੁਬਾਰਾ ਦੇ ਦਿੱਤਾ, ਫਿਰ ਆਪਾਂ ਨੂੰ ਮਜਬੂਰ ਹੋ ਕੇ ਜੀ ਹਾਈ ਕੋਰਟ ਜਾਣਾ। ਸਾਨੂੰ ਉਮੀਦਾਂ ਬਹੁਤ ਸੀਗੀਆਂ ਕਿ ਸਰਕਾਰ ਆਏਗੀ, ਕੁਝ ਕਰੇਗੀ, ਜਿਹੜੇ ਗੈਰ ਕਾਨੂੰਨੀ ਕੰਮ ਇਹ ਬੰਦ ਹੋਏਗਾ। ਲੇਕਿਨ ਜਦੋਂ ਉਮੀਦਾਂ ਤੇ ਪਾਣੀ ਪੈ ਗਿਆ, ਉਮੀਦਾਂ ਟੁੱਟ ਗਈਆਂ ਕਿ ਫਿਰ ਉਹਨਾਂ ਠੇਕੇਦਾਰਾਂ ਨੂੰ ਦੇ ਕੇ ਲੁੱਟ ਉਸੇ ਤਰ੍ਹਾਂ ਚੱਲੂਗੀ। ਅਸੀਂ ਲੁੱਟ ਨੂੰ ਰੋਕਣਾ ਜੀ, ਅਸੀਂ ਉਸੇ ਤਰ੍ਹਾਂ ਦੁਬਾਰਾ ਫਿਰ ਸਾਨੂੰ ਹਾਈ ਕੋਰਟ ਜਾਣਾ ਪਿਆ। ਅਸੀਂ ਅਰਜੀ ਫਿਰ ਦਾਖਲ ਕੀਤੀ ਹੈ ਕਿ ਜਿਵੇਂ ਪਹਿਲਾਂ ਸਰਕਾਰਾਂ ਕਰਦੀਆਂ ਸੀ, ਆਮ ਆਦਮੀ ਪਾਰਟੀ ਸਰਕਾਰ ਵੀ ਉਸੇ ਰਸਤੇ 'ਤੇ ਚੱਲ ਗਈ ਹੈ। ਸੋ ਬਿਲਕੁਲ ਇਹ ਸਨ ਬਚਿੱਤਰ ਸਿੰਘ ਜਟਾਣਾ, ਜਿਨ੍ਹਾਂ ਦਾ ਆਰੋਪ ਹੈ ਕਿ ਜਿਸ ਤਰ੍ਹਾਂ ਪਹਿਲਾਂ ਸਰਕਾਰਾਂ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਦੇ ਵਾਤਾਵਰਣ ਦੀ ਲੁੱਟ ਕੀਤੀ ਹੈ, ਪੰਜਾਬ ਦੇ ਮਟੀਰੀਅਲ ਦੀ ਲੁੱਟ ਕੀਤੀ ਆ, ਸੋ ਆਮ ਆਦਮੀ ਪਾਰਟੀ ਵੀ ਉਸੇ ਰਾਹ 'ਤੇ ਤੁਰ ਪਈ ਹੈ। ਤੇ ਆਮ ਆਦਮੀ ਪਾਰਟੀ ਦੇ ਖਿਲਾਫ ਇਹਨਾਂ ਨੇ ਕਿਹਾ ਕਿ ਹਾਈ ਕੋਰਟ ਦੇ ਵਿੱਚ ਅਰਜੀ ਵੀ ਦਿੱਤੀ ਆ ਕਿ ਜੋ ਪਹਿਲੀਆਂ ਸਰਕਾਰਾਂ ਜਿਸ ਤਰ੍ਹਾਂ ਜਿਹੜੀਆਂ ਨਜਾਇਜ਼ ਮਾਈਨਿੰਗ ਕਰਵਾਉਂਦੀਆਂ ਆ ਰਹੀ ਸੀ, ਆਮ ਆਦਮੀ ਪਾਰਟੀ ਦੇ ਵੱਲੋਂ ਵੀ ਉਸੇ ਤਰਜ਼ 'ਤੇ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ। ਜੋ ਪਹਿਲੇ ਠੇਕੇਦਾਰ ਸੀਗਾ ਉਸ ਨੂੰ ਜਿਹੜਾ ਹੈਗਾ ਡੀਸਿਲਟਿੰਗ ਦਾ ਜੋ ਵੀ ਆ ਕੰਮ ਕਰ ਦਿੱਤਾ ਗਿਆ, ਸੋ ਉਸ ਦਾ ਵਿਰੋਧ ਕਰਦੇ ਨੇ। ਸੋ ਇਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਉਮੀਦ ਸੀ ਪਰ ਉਮੀਦਾਂ ਦੇ ਉੱਤੇ ਪਾਣੀ ਫਿਰਿਆ। ਸੋ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਹੁਣ ਇਸ ਮੁੱਦੇ ਦੇ ਉੱਤੇ ਕੀ ਜਿਹੜਾ ਹੈਗਾ ਐਕਸ਼ਨ ਲੈਂਦੀ ਹੈ ਨਜਾਇਜ਼ ਮਾਈਨਿੰਗ ਨੂੰ ਰੋਕਣ ਦੇ ਲਈ, ਕਿਉਂਕਿ ਉਹੀ ਠੇਕੇਦਾਰ ਨੂੰ ਕੰਮ ਦਿੱਤਾ ਗਿਆ ਜਿਸ ਦੇ ਉੱਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਹੈਗੇ ਆਰੋਪ ਲਾਉਂਦੇ ਸੀ ਕਿ ਪੰਜਾਬ ਦੀ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਠੇਕੇਦਾਰਾਂ ਵੱਲੋਂ, ਪੰਜਾਬ ਸਰਕਾਰ ਦੇ ਨਾਲ ਜਾਂ ਪੰਜਾਬ ਦੇ ਮੰਤਰੀਆਂ ਦੇ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਮਿਲ ਕੇ। ਸੋ ਹੁਣ ਕੀ ਜਵਾਬ ਰਹੇਗਾ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ, ਕਿਉਂਕਿ ਓਵਰਲੋਡਿੰਗ ਨੂੰ ਲੈ ਕੇ ਵੀ ਇਹਨਾਂ ਨੇ ਕਿਹਾ, ਵੱਡੇ ਆਰੋਪ ਲਾਏ ਆ ਕਿ ਜਿਹੜਾ ਖੱਡਾਂ ਦੇ ਉੱਤੇ ਜਦੋਂ ਮਾਲ ਨਿਕਲਦਾ ਹੈ ਟਰੱਕਾਂ ਦੇ ਵਿੱਚ, ਟਿੱਪਰਾਂ ਦੇ ਵਿੱਚ, ਤਾਂ ਦਿਖਾਇਆ ਜਿਹੜਾ ਹੈਗਾ 2 ਟਨ 6 ਟਨ 10 ਟਨ 12 ਟਨ ਦਿਖਾਇਆ ਜਾਂਦਾ, ਪਰੰਤੂ 30 40 ਟਨ ਜਿਹੜਾ ਹੈਗਾ ਗੈਰ ਕਾਨੂੰਨੀ ਮਟੀਰੀਅਲ ਜਿਹੜਾ ਹੈਗਾ ਗ੍ਰੈਵਲ ਅਤੇ ਰੇਤ ਨਿਕਲਦਾ, ਉਸ ਦਾ ਕੋਈ ਜਿਹੜਾ ਹੈਗਾ ਹਿਸਾਬ ਕਿਤਾਬ ਨਹੀਂ ਹੁੰਦਾ। ਉਹ 2 ਨੰਬਰ ਦੇ ਵਿੱਚ ਉਸ ਦਾ ਕਰੋੜਾਂ ਰੁਪਈਆ ਜਿਹੜਾ ਹੈਗਾ ਹਰ ਮਹੀਨੇ ਜਿਹੜਾ ਰਿਸ਼ਵਤ ਖਾਣ ਵਾਲਿਆਂ ਦੀਆਂ ਜੇਬਾਂ ਦੇ ਵਿੱਚ ਜਾਂਦਾ ਹੈ। ਸੋ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੀ ਰੁਖ ਰਹੇਗਾ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।